गुरु रूप गुरु प्यारी साध संगत जियो। धन धन श्री गुरु अर्जन देव जी महाराज पंजवें पातशाह अपने पावन पवित्र गुरबाणी श्री सुखमनी साहिब जी विच छेवीं अष्टपदी विच सतगुरु पातशाह जी फरमाउंदे हन। सलोक काम क्रोध अर लोभ मोह बिनस जाए अहमेव नानक प्रभ सरणागति कर प्रसाद गुरदेव। गुरु पातशाह जी फरमाउंदे हन कि प्रभु दी शरण विच आउण करके काम क्रोध लोभ मोह ते निश्चय करके हंकार ये सारे विकार खत्म हो जाते हैं अते सतगुरु पातशाह जी किरपा करन तां ही प्रभु दी शरण प्राप्त हुंदी है। ते सतगुरु जी फरमाउंदे हन अष्टपदी जह प्रसाद छत्ती ही अमृत खाहे तिस ठाकुर को रख मन माहे। ते गुरु पातशाह जी फरमाउंदे हन कि हे पुरुषा जिस परमेश्वर दी किरपा नाल तू 36 प्रकार दे अनेकां तरहां दे भोजन खांदा है उस वाहिगुरु नूं मन विच याद रख ते जिस दा दिता सब किश लैना 36 ही अमृत भोजन खाना। गुरु पातशाह जी कहंदे हन कि जह प्रसाद सुगंधत तन लाव है तिस को सिमरत परम गत पाव है। ते जिस परमेश्वर दी किरपा नाल तू शरीर उत्ते अतर जो भी सुगंधियां नूं लाउंदा है ते उस नूं सिमर क्योंकि उस नूं सिमरदियां ही तू केवल मुक्ति नूं पा लवेगा। जह प्रसाद बस है सुख मंदर तिस है ध्याए सदा मन अंदर। ते गुरु पातशाह जी फरमाउंदे हन कि जिस परमेश्वर दी किरपा नाल तू सुखदायक घरां महलां विच वसदा है सुखां दे अंदर वसदा है उस नूं सदा अपने मन अंदर ध्याउणा कर। जह प्रसाद ग्रह संग सुख बसना 8 पहर सिमरहो तिस रसना। ते गुरु पातशाह जी कहंदे हन कि जिस परमेश्वर दी किरपा करके तू घर विच सुखां नाल वसदा है जिस दी किरपा करके तू परिवार नाल सुखां विसमेत वसदा है उस परमेश्वर नूं सवास सवास 8 पहर रसना नाल सिमरना कर। जह प्रसाद रंग रस भोग नानक सदा ध्याईऐ ध्यावन जोग। ते गुरु पातशाह जी फरमाउंदे हन कि जिस परमेश्वर दी किरपा करके तू रंगां रंगां दे रसां नूं भोगदा है रसां नूं भोग के आनंद हो रहा है। ते गुरु पातशाह जी कहंदे हन कि हे भाई उस ध्याने जोग प्रभु नूं सदा ध्याना कर। जह प्रसाद पाट पटंबर हटाव है तिस है त्याग कत अवर लुभाव है। ते हे भाई जिस परमेश्वर दी किरपा नाल सूती कपड़े ते रेशमी वस्त्र हंडाउंदा है उस परमेश्वर नूं छड्ड के किस वास्ते होरना पदार्थां विच लुभाए मान हुंदा है। जह प्रसाद सुख सेज सोई जै मन 8 पहर
ਤਾ ਕਾ ਜਸ ਗਾਵੀਜੈ। ਤੇ ਜਿਸ ਪਰਮੇਸ਼ਵਰ ਦੀ ਕਿਰਪਾ ਨਾਲ ਤੂੰ ਸੁਖਦਾਈ ਸੀਜਾਂ ਪਰ ਸੌਂਦਾ ਹੈ, ਹੇ ਮਨ ਤੂੰ ਅੱਠੇ ਪਹਿਰ ਉਸ ਪ੍ਰਭੂ ਦਾ ਜਸ ਮਨ ਵਿੱਚ ਕਰ। ਜਹ ਪ੍ਰਸਾਦ ਤੁਝ ਸਭ ਕੋ ਮਾਨੈ, ਮੁਖ ਤਾ ਕੋ ਜਸ ਰਸਨ ਬਖਾਨੈ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਸ ਪਰਮੇਸ਼ਵਰ ਦੀ ਕਿਰਪਾ ਕਰਕੇ ਤੈਨੂੰ ਸਭ ਕੋਈ ਮਾਣ ਦਿੰਦਾ ਹੈ, ਉਸ ਪਰਮਾਤਮਾ ਦਾ ਜਸ ਤੂੰ ਮੂੰਹ ਨਾਲ ਰਸਨਾ ਦੁਆਰੇ ਆਖਣਾ ਕਰ। ਜਹ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਤੇ ਜਿਸ ਪਰਮੇਸ਼ਵਰ ਦੀ ਕਿਰਪਾ ਕਰਕੇ ਤੇਰਾ ਸਵੈ ਧਰਮ ਬਣਿਆ ਰਹਿੰਦਾ ਹੈ, ਹੇ ਮਨ ਉਸ ਸ਼ੁੱਧ ਪਾਰ ਬ੍ਰਹਮ ਨੂੰ ਸਦਾ ਧਿਆਉਣਾ ਕਰ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ, ਨਾਨਕ ਪਤ ਸੇਤੀ ਘਰ ਜਾਵਹਿ। ਤੇ ਉਸ ਪਰਮੇਸ਼ਵਰ ਨੂੰ ਜਪਦਿਆਂ ਹੀ ਤੂੰ ਦਰਗਾਹ ਵਿੱਚ ਮਾਨ ਪਾਵੇਂਗਾ। ਤੇ ਗੁਰੂ ਜੀ ਆਖਦੇ ਹਨ ਕਿ ਤੂੰ ਬੜੇ ਸਨਮਾਨ ਨਾਲ ਆਪਣੇ ਸਰੂਪ ਘਰ ਵਿੱਚ, ਉਸ ਸੱਚਖੰਡ ਘਰ ਵਿੱਚ ਜਾਵੇਂਗਾ। ਜਹ ਪ੍ਰਸਾਦ ਅਰੋਗ ਕੰਚਨ ਦੇਹੇ, ਲਿਵ ਲਾਵਹੁ ਤਿਸ ਰਾਮ ਸਨੇਹੀ। ਤੇ ਜਿਸ ਪਰਮੇਸ਼ਵਰ ਦੀ ਕਿਰਪਾ ਕਰਕੇ ਤੇਰੀ ਦੇਹ ਰੋਗਾਂ ਤੋਂ ਰਹਿਤ ਸੋਨੇ ਵਾਂਗ ਸੋਹਣੀ ਰਹਿੰਦੀ ਹੈ, ਉਸ ਪਿਆਰੇ ਵਾਹਿਗੁਰੂ ਵਿੱਚ ਤੂੰ ਬਿਰਤੀ ਲਗਾਉਣਾ ਕਰ। ਜਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵਹਿ ਹਰ ਹਰ ਜਸ ਕਹਿਤ। ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਫਿਰ ਦੇਖ, ਜਿਸ ਦੀ ਕਿਰਪਾ ਕਰਕੇ ਭੁੱਲਾਂ ਕਰਨ ਨਾਲ ਵੀ ਤੇਰਾ ਪਰਦਾ ਢਕਿਆ ਰਹਿੰਦਾ ਹੈ, ਹੇ ਮਨ ਉਸ ਵਾਹਿਗੁਰੂ ਦਾ ਜਸ ਕਹਿਣ ਨਾਲ ਤੂੰ ਸੁਖ ਪਾਵੇਂਗਾ। ਜਹ ਪ੍ਰਸਾਦ ਤੇਰੇ ਸਗਲ ਛਿਦਰ ਢਾ ਕੇ, ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ। ਤੇ ਜਿਸ ਦੀ ਕਿਰਪਾ ਕਰਕੇ ਤੇਰੇ ਸਾਰੇ ਛੇਕ ਐਬ ਦੋਸ਼ ਢਕੇ ਹੋਏ ਹਨ, ਹੇ ਮਨ ਤੂੰ ਉਸ ਵਾਹਿਗੁਰੂ ਜੋ ਸਤਿਕਾਰਯੋਗ ਪ੍ਰਭੂ ਦੀ ਸ਼ਰਨ ਵਿੱਚ ਤੂੰ ਪੈਣਾ ਕਰ। ਜਹ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰਹੁ ਪ੍ਰਭ ਊਚੇ। ਤੇ ਜਿਸ ਦੀ ਕਿਰਪਾ ਕਰਕੇ ਤੈਨੂੰ ਕੋਈ ਨਹੀਂ ਪਹੁੰਚ ਸਕਦਾ, ਭਾਵ ਕਿ ਤੈਨੂੰ ਕੋਈ ਦੁੱਖ ਨਹੀਂ ਦੇ ਸਕਦਾ, ਤੇਰੀ ਬਰਾਬਰੀ ਨਹੀਂ ਕਰ ਸਕਦਾ, ਹੇ ਮਨ ਤੂੰ ਉਸ ਉੱਚੇ ਪ੍ਰਭੂ ਨੂੰ ਸਵਾਸ ਸਵਾਸ ਸਿਮਰਨਾ ਕਰ। ਜਹ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾਕੀ ਭਗਤ ਕਰੇ। ਤੇ ਜਿਸ ਦੀ ਕਿਰਪਾ ਕਰਕੇ ਜੋ ਮਨੁੱਖ ਦੇ ਪ੍ਰਾਪਤ ਹੋਣੀ ਬੜੀ ਦੁਰਲਭ ਕਠਨ ਹੈ, ਉਹ ਤੂੰ ਸੌਖੀ ਹੀ ਪਾ ਲਈ ਹੈ। ਤੇ ਗੁਰੂ ਜੀ ਕਹਿੰਦੇ ਹਨ ਕਿ ਹੇ ਮਨ ਤੂੰ ਉਸ ਦੀ ਭਗਤੀ ਕਰ। ਜਹ ਪ੍ਰਸਾਦ ਆਪੂਖਨ ਪਹਿਰੀਜੈ, ਮਨ ਸੇ ਤਿਸ ਸਿਮਰਤ ਕਿਉ ਆਲਸ ਕੀਜੈ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਸ ਦੀ ਕਿਰਪਾ ਕਰਕੇ ਕੜੇ ਕੈਂਠੇ ਮੁੰਦਰੀਆਂ ਹਾਰ ਜੋ ਗਹਿਣੇ ਪਹਿਨਦਾ ਹੈ, ਹੇ ਮਨ ਉਸ ਦੇ ਸਿਮਰਨ ਵਿੱਚ ਤੂੰ ਕਿਉਂ ਆਲਸ ਕਰਦਾ। ਜਹ ਪ੍ਰਸਾਦ ਆਸਵ ਹਸਤ ਅਸਵਾਰੀ, ਮਨ ਤਿਸ ਪ੍ਰਭ ਕੋ ਕਬਹੂ ਨਾ ਵਿਸਾਰੀ। ਤੇ ਜਿਸ ਦੀ ਕਿਰਪਾ ਕਰਕੇ ਤੂੰ ਘੋੜਿਆਂ ਤੇ ਹਾਥੀਆਂ ਤੇ ਸਵਾਰੀ ਕਰਦਾ ਹੈ, ਹੇ ਮਨ ਉਸ ਪ੍ਰਭ ਨੂੰ ਤੂੰ ਕਦੇ ਵੀ ਭੁਲਾਉਣਾ ਨਾ ਕਰ। ਜਹ ਪ੍ਰਸਾਦ ਬਾਗ ਮਿਲਖ ਧਨਾ, ਰਾਖ ਪਰੋਏ ਪ੍ਰਭ ਆਪਣੇ ਮਨਾ।
ਤੇ ਜਿਸ ਦੀ ਕਿਰਪਾ ਕਰਕੇ ਤੈਨੂੰ ਬਾਗ ਬਗੀਚੇ, ਜਗੀਰਾਂ ਅਤੇ ਧਨ ਪ੍ਰਾਪਤ ਹੈ, ਉਸ ਪ੍ਰਭੂ ਨੂੰ ਤੂੰ ਆਪਣੇ ਮਨ ਵਿੱਚ ਧਾਰਨਾ ਰੱਖ। ਜਿਨ ਤੇਰੀ ਮਨ ਬਨਤ ਬਨਾਈ, ਊਠਤ ਬੈਠਤ ਸਦ ਤਿਸਹਿ ਧਿਆਈ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮਨ, ਜਿਸ ਵਾਹਿਗੁਰੂ ਨੇ ਤੇਰੀ ਸਾਰੀ ਮਨ, ਇੰਦਰੀਆਂ ਤੇ ਸਰੀਰ ਦੀ ਸੁੰਦਰ ਬਣਾਵਟ ਬਣਾਈ ਹੈ, ਉੱਠਦਿਆਂ ਬੈਠਦਿਆਂ ਸਦਾ ਉਸੇ ਵਾਹਿਗੁਰੂ ਨੂੰ ਹੀ ਧਿਆਉਣਾ ਕਰ। ਤਿਸ ਹੈ ਧਿਆਏ ਜੋ ਏਕ ਅਲਖ ਹੈ, ਈਹਾ ਊਹਾ ਨਾਨਕ ਤੇਰੀ ਰਖੈ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮਨ, ਉਸੇ ਨੂੰ ਧਿਆਉਣਾ ਕਰ ਜੋ ਇੱਕ ਅਦੁੱਤੀ ਬ੍ਰਹਮ ਜਾਣਨ ਤੋਂ ਰਹਿਤ ਹੈ ਅਤੇ ਜੋ ਪਰਲੋਕ ਵਿੱਚ ਤੇਰੀ ਇੱਜ਼ਤ ਰੱਖਣ ਵਾਲਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਹ ਪ੍ਰਸਾਦ ਕਰਹਿ ਪੁੰਨ ਬਹੁਦਾਨ, ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਹੇ ਮਨ, ਜਿਸ ਦੀ ਕਿਰਪਾ ਨਾਲ ਤੂੰ ਬਹੁਤ ਹੀ ਦਾਨ ਪੁੰਨ ਕਰਦਾ ਹੈ, ਤੂੰ ਅੱਠੇ ਪਹਿਰ ਉਸੇ ਪ੍ਰਭੂ ਦਾ ਧਿਆਨ ਧਾਰਨਾ ਕਰ। ਜੋ ਇੱਕ ਸਮੇਂ ਉਜੈਨ ਦਾ ਰਾਜਾ ਬਿਕਰਮ ਬੜਾ ਸੂਰਬੀਰ ਪ੍ਰਤਾਪ ਵਾਲਾ ਸੀ, ਤੇ ਇੱਕ ਦਿਨ ਉਸ ਦੇ ਮਨ ਵਿੱਚ ਖਿਆਲ ਆਇਆ ਕਿ ਮੈਂ ਕਿਹੜਾ ਪੁੰਨ ਕੀਤਾ ਹੈ ਜਿਸ ਦੇ ਫਲ ਕਰਕੇ ਮੈਂ ਇੰਨਾ ਤੇਜ ਪ੍ਰਤਾਪੀ ਰਾਜਾ ਹੋਇਆ ਹਾਂ। ਤਾਂ ਇਸ ਗੱਲ ਨੂੰ ਜਾਣਨ ਵਾਸਤੇ ਉਸਨੇ ਬੜੇ ਬੜੇ ਜੋਤਿਸ਼ੀ ਬੁਲਾਏ ਤੇ ਉਹਨਾਂ ਤੋਂ ਪੁੱਛਿਆ, ਮੈਨੂੰ ਕਿਸ ਪੁੰਨ ਸਦਕਾ ਇਹ ਰਾਜ ਭਾਗ ਪ੍ਰਾਪਤ ਹੋਇਆ ਹੈ? ਤਾਂ ਇਸ ਗੱਲ ਦਾ ਉੱਤਰ ਜੋ 8 ਦਿਨਾਂ ਵਿੱਚ ਦਿਓ, ਨਹੀਂ ਤਾਂ ਤੁਹਾਨੂੰ ਬੜੀ ਸਖਤ ਸਜ਼ਾ ਦਿੱਤੀ ਜਾਵੇਗੀ। ਤਾਂ ਸਾਰਿਆਂ ਨੇ ਯਤਨ ਤਾਂ ਬਹੁਤ ਕੀਤੇ, ਪਰ ਪਤਾ ਨਾ ਲੱਗਾ। ਤਾਂ ਰਾਜੇ ਦੇ ਜਿਹੜਾ ਪੁਰੋਹਿਤ ਸੀ, ਉਸ ਦੀ ਲੜਕੀ ਨੇ ਆਪਣੇ ਪਿਤਾ ਨੂੰ ਸੋਚਾਂ ਵਿੱਚ ਪਏ ਵੇਖ ਕੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਜਦ ਰਾਜਾ ਮੇਰੇ ਪਾਸ ਇਕੱਲਾ ਆਏਗਾ ਤਾਂ ਮੈਂ ਰਾਜੇ ਦੇ ਸਵਾਲ ਦਾ ਜਵਾਬ ਦੇਵਾਂਗੀ। ਤਾਂ ਪੁਰੋਹਿਤ ਨੇ ਜੋ ਰਾਜੇ ਨੂੰ ਆ ਕੇ ਕਿਹਾ ਕਿ ਤੁਸੀਂ ਮੇਰੇ ਘਰ ਚੱਲੋ ਤੇ ਆਪ ਜੀ ਦੇ ਸਵਾਲ ਦਾ ਜਵਾਬ ਮੇਰੀ ਲੜਕੀ ਦੇਵੇਗੀ। ਤਾਂ ਉਸੇ ਵੇਲੇ ਰਾਜਾ ਬਿਕਰਮ ਨੇ ਜੋ ਪੁਰੋਹਿਤ ਦੀ ਕੰਨਿਆ ਕੋਲ ਆ ਕੇ ਉਹੀ ਸਵਾਲ ਕੀਤਾ। ਤਾਂ ਉਸ ਲੜਕੀ ਨੇ ਕਿਹਾ ਕਿ ਰਾਜਨ, ਤੇਰਾ ਸਾਰਾ ਹਾਲ ਮੈਂ ਜਾਣਦੀ ਤਾਂ ਹਾਂ, ਪਰ ਤੇਰੀ ਤਸੱਲੀ ਵਾਸਤੇ ਮੈਂ ਤੈਨੂੰ ਇੱਕ ਮਹਾਤਮਾ ਪਾਸ ਭੇਜਦੀ ਹਾਂ। ਇਸ ਜਗ੍ਹਾ ਤੋਂ 10 ਕੋਹ ਤੇ ਚਲੇ ਜਾਓ ਤੇ ਉੱਥੇ ਇੱਕ ਮਹਾਤਮਾ ਬੈਠੇ ਹੋਣਗੇ ਜੋ ਅੰਨ ਨਹੀਂ ਖਾਂਦੇ ਤੇ ਬਲਦੇ ਹੋਲੇ ਕੋਲੇ ਖਾਂਦੇ ਹਨ, ਅੰਗਾਰ ਹੀ ਖਾਂਦੇ ਹਨ। ਉਹ ਤੈਨੂੰ ਉੱਤਰ ਦੇਣਗੇ। ਤਾਂ ਉਸ ਲੜਕੀ ਦਾ ਬਚਨ ਮੰਨ ਕੇ ਰਾਜਾ ਬਿਕਰਮ ਉਸ ਦੇ ਪਾਸ ਗਿਆ ਤੇ ਬੜੀਆਂ ਬੜੀਆਂ ਜੜਾਵਾਂ ਤੇ ਅੱਗ ਦੇ ਅੰਗਾਰੇ ਖਾਂਦਾ ਵੇਖ ਕੇ ਪਾਸ ਬੈਠ ਕੇ ਪਹਿਲੇ ਕੰਨਿਆ ਵੱਲੋਂ ਫਿਰ ਆਪਣੇ ਵੱਲੋਂ ਨਮਸਕਾਰ ਕਰਕੇ ਪੁੱਛਿਆ ਕਿ ਮੈਂ ਕਿਸ ਪੁੰਨ ਦੇ ਪ੍ਰਤਾਪ ਨਾਲ ਜੋ ਧਰਮਾਤਮਾ ਰਾਜਾ ਹੋਇਆ ਹਾਂ। ਤਾਂ ਉਹਨਾਂ ਸੰਤਾਂ ਨੇ ਕਿਹਾ ਕਿ ਮੈਂ ਤੇਰਾ ਸਾਰਾ ਸਮਾਚਾਰ ਜਾਣਦਾ ਤਾਂ ਹਾਂ, ਪਰ ਤੇਰੀ ਪੂਰੀ ਤਸੱਲੀ ਵਾਸਤੇ ਇੱਕ ਹੋਰ ਮਹਾਤਮਾ ਪਾਸ ਤੈਨੂੰ ਭੇਜਦਾ ਹਾਂ ਤੇ ਉਹ ਇਥੋਂ
ਦਾਸ ਕੋ ਪਰ ਬੈਠੇ ਹੋਏ ਕੇਵਲ ਸਵਾਹ ਹੀ ਖਾਂਦੇ ਹਨ, ਤੇ ਉਹਨਾਂ ਪਾਸ ਜਾ ਕੇ ਮੇਰੇ ਵੱਲੋਂ ਨਮਸਕਾਰ ਕਰਕੇ ਪੁੱਛਣਾ ਤਾਂ ਉਹ ਤੈਨੂੰ ਦੱਸਣਗੇ। ਤਾਂ ਉਹਨਾਂ ਦਾ ਹੁਕਮ ਅਨੁਸਾਰ ਰਾਜੇ ਨੇ ਉੱਥੇ ਪਹੁੰਚ ਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਕਿ ਮੈਂ ਇੰਨਾ ਪ੍ਰਾਪਤੀ ਜੋ ਪ੍ਰਤਾਪੀ ਰਾਜਾ ਕਿਸ ਪੁੰਨ ਦੇ ਫਲ ਕਰਕੇ ਹੋਇਆ ਹਾਂ। ਤਾਂ ਉਹਨਾਂ ਨੇ ਕਿਹਾ ਕਿ ਹੇ ਰਾਜਨ, ਤੇਰਾ ਹਾਲ ਮੈਂ ਸਾਰਾ ਜਾਣਦਾ ਤਾਂ ਹਾਂ, ਪਰ ਤੇਰੀ ਤਸੱਲੀ ਵਾਸਤੇ ਮੈਂ ਤੈਨੂੰ ਅੱਗੇ ਭੇਜਦਾ ਹਾਂ। ਇੱਥੋਂ 10 ਕੋਹ ਪਰ ਜਾਓ, ਅੱਗੇ ਰਾਜ ਦਰਬਾਰ ਆਵੇਗਾ ਤੇ ਉਸ ਰਾਜੇ ਦੇ ਘਰ ਲੜਕਾ ਜੰਮਿਆ ਹੋਵੇਗਾ ਤੇ ਉਹ ਦੁੱਧ ਨਹੀਂ ਪੀਵੇਗਾ। ਤੁਸੀਂ ਉਸ ਨੂੰ ਦੁੱਧ ਪਿਲਾ ਕੇ ਪੁੱਛਣਾ, ਉਹ ਤੁਹਾਡੇ ਸਵਾਲ ਦਾ ਜਵਾਬ ਦੇਵੇਗਾ। ਤੇ ਉਸ ਦੇ ਕਹੇ ਅਨੁਸਾਰ ਜਿਸ ਵੇਲੇ ਰਾਜਾ ਉੱਥੇ ਪਹੁੰਚਿਆ ਤਾਂ ਕੀ ਵੇਖਿਆ, ਉਸ ਰਾਜੇ ਦੇ ਘਰ ਲੜਕਾ ਪੈਦਾ ਹੋਇਆ ਹੈ, ਪਰ ਉਹ ਜੋ ਦੁੱਧ ਨਹੀਂ ਪੀਂਦਾ। ਤੇ ਉਸੇ ਵੇਲੇ ਰਾਜੇ ਬਿਕਰਮ ਨੇ ਦੁੱਧ ਪਿਲਾ ਕੇ ਉਸ ਤੋਂ ਪੁੱਛਿਆ ਕਿ ਮੈਂ ਕਿਸ ਪੁੰਨ ਦੇ ਫਲ ਕਰਕੇ ਇੰਨਾ ਪ੍ਰਤਾਪੀ ਰਾਜਾ ਹੋਇਆ ਹਾਂ। ਤੇ ਉਸ ਬੱਚੇ ਨੇ ਪਹਿਲੇ ਜਨਮ ਦਾ ਸਾਰਾ ਹਾਲ ਸੁਣਾਇਆ ਕਿ ਹੇ ਬਾਦਸ਼ਾਹ, ਇੱਕ ਤੂੰ, ਦੂਜਾ ਮੈਂ ਅਤੇ ਦੋਵੇਂ ਰਿਸ਼ੀ ਜੋ ਰਸਤੇ ਵਿੱਚ ਤੁਹਾਨੂੰ ਮਿਲੇ ਸਨ, ਅਸੀਂ ਚਾਰੇ ਮਿਲ ਕੇ ਜੋ ਬਿਆਬਾਨ ਜੰਗਲ ਵਿੱਚ ਤਪ ਕਰ ਰਹੇ ਸੀ, ਤੇ ਜਿਸ ਪੁਰੋਹਿਤ ਦੀ ਲੜਕੀ ਨੇ ਤੁਹਾਨੂੰ ਭੇਜਿਆ ਹੈ, ਉਸ ਵੇਲੇ ਉਹ ਬਾਨਪ੍ਰਸਤ ਦੀ ਇਸਤਰੀ ਸੀ ਤੇ ਗੰਗਾ ਦੇ ਕਿਨਾਰੇ ਰਹਿੰਦੀ ਸੀ। ਤੇ ਉਹ ਰੋਟੀਆਂ ਲਿਆ ਕੇ ਸਾਨੂੰ ਜੋ ਚਾਰਾਂ ਨੂੰ 2-2 ਰੋਟੀਆਂ ਦੇ ਜਾਂਦੀ ਸੀ, ਤੇ ਬਾਕੀ ਫਲ ਫੁੱਲ ਖਾ ਕੇ ਅਸੀਂ ਆਪਣਾ ਗੁਜ਼ਾਰਾ ਕਰਦੇ ਸੀ। ਤੇ ਕਾਫੀ ਸਮਾਂ ਤਪ ਕਰਦਿਆਂ ਗੁਜ਼ਰਿਆ ਤਾਂ ਵਿਸ਼ਨੂੰ ਨੇ ਬੁੱਢੇ ਬ੍ਰਾਹਮਣ ਦਾ ਰੂਪ ਧਾਰ ਕੇ ਸਾਡੀ ਪ੍ਰੀਖਿਆ ਲੈਣ ਵਾਸਤੇ ਆ ਗਏ। ਤੇ ਪਹਿਲੇ ਉਸ ਅੱਗ ਖਾਣ ਵਾਲੇ ਮਹਾਤਮਾ ਦੀ ਕੁਟੀਆ ਪਾਸ ਜਾ ਕੇ ਕਿਹਾ ਕਿ ਮੈਂ 3 ਦਿਨ ਦਾ ਭੁੱਖਾ ਬ੍ਰਾਹਮਣ ਹਾਂ, ਮੈਨੂੰ ਰਜਾ ਕੇ ਰੋਟੀ ਖਵਾਓ, ਕਿਉਂਕਿ ਮੈਂ ਇੱਕ ਵਾਰ ਹੀ ਰੋਟੀ ਖਾਂਦਾ ਹਾਂ। ਤੇ ਉਸ ਸੰਤ ਨੇ ਕਿਹਾ ਕਿ ਮੈਂ ਵੀ ਸਾਰੇ ਦਿਨ ਦਾ ਭੁੱਖਾ ਹਾਂ, 2 ਰੋਟੀਆਂ ਹਨ, ਇੱਕ ਆਪ ਲੈ ਲਵੋ ਤੇ ਦੂਜੀ ਮੈਂ ਖਾ ਲੈਂਦਾ ਹਾਂ। ਤੇ ਬ੍ਰਾਹਮਣ ਨੇ ਨਾ ਮੰਨਿਆ। ਤੇ ਫਿਰ ਸੰਤ ਨੇ ਕਿਹਾ ਕਿ ਆਪ 1.5 ਰੋਟੀ ਖਾ ਲਵੋ ਅਤੇ ਅੱਧੀ ਮੈਂ ਖਾ ਲੈਂਦਾ ਹਾਂ। ਤੇ ਬ੍ਰਾਹਮਣ ਫਿਰ ਵੀ ਨਾ ਮੰਨਿਆ। ਤਾਂ ਸੰਤ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜੇਕਰ ਦੋਵੇਂ ਰੋਟੀਆਂ ਤੈਨੂੰ ਦੇ ਦੇਵਾਂ ਤਾਂ ਮੈਂ ਕੀ ਅੱਗ ਖਾਵਾਂ। ਤਾਂ ਉਸ ਬ੍ਰਾਹਮਣ ਨੇ ਕਿਹਾ ਕਿ ਤਥਾ ਅਸਤੂ। ਤੇ ਇਸ ਲਈ ਉਸ ਦਿਨ ਤੋਂ ਉਹ ਸੰਤ ਅੱਗ ਦੇ ਅੰਗਾਰ ਖਾ ਰਿਹਾ ਹੈ। ਤੇ ਉਸ ਬ੍ਰਾਹਮਣ ਨੇ ਫਿਰ ਦੂਜੇ ਸੰਤ ਦੀ ਕੁਟੀਆ ਪਾਸ ਜਾ ਕੇ ਉਸੇ ਤਰ੍ਹਾਂ ਕੀਤਾ। ਤਾਂ ਉਸ ਸੰਤ ਨੇ ਕਿਹਾ ਕਿ ਜੇਕਰ ਦੋਵੇਂ ਰੋਟੀਆਂ ਤੈਨੂੰ ਦੇ ਦਿਆਂ ਤਾਂ ਮੈਂ ਕੀ ਸਵਾਹ ਖਾਵਾਂ। ਤਾਂ ਉਸ ਬ੍ਰਾਹਮਣ ਨੇ ਕਿਹਾ ਕਿ ਤਥਾ ਅਸਤੂ। ਤੇ ਇਸ ਲਈ ਉਸ ਦਿਨ ਤੋਂ ਉਹ ਸਵਾਹ ਖਾ ਰਿਹਾ ਹੈ। ਤੇ ਜਿਸ ਵੇਲੇ ਉਹ ਬ੍ਰਾਹਮਣ ਮੇਰੇ ਪਾਸ ਆਇਆ ਤਾਂ ਮੈਂ ਉਸ ਨੂੰ 1.5 ਰੋਟੀ ਦੇਣ ਵਾਸਤੇ ਕਿਹਾ, ਪਰ ਉਸ ਨੇ ਨਾ ਮੰਨਿਆ। ਤਾਂ ਮੈਂ ਕਿਹਾ ਕਿ 3 ਰੋਟੀਆਂ ਦੇ ਕੇ ਮੈਂ ਭੁੱਖ ਮਰ ਜਾਵਾਂ। ਤਾਂ ਉਸ ਨੇ ਕਿਹਾ ਕਿ ਤਥਾ ਅਸਤੂ। ਤੇ ਇਸ ਕਰਕੇ ਮੈਂ ਜੰਮਦਾ ਮਰਦਾ ਰਹਿੰਦਾ ਹਾਂ। ਤੇ ਫਿਰ ਜਦੋਂ ਉਸ ਬ੍ਰਾਹਮਣ ਨੇ ਆਪ ਜੀ ਦੇ ਪਾਸੋਂ ਆ ਕੇ ਮੰਗਿਆ, ਤੁਸੀਂ ਆਸਣ ਵਿਛਾ ਕੇ ਉਸ ਨੂੰ ਬੜੀ ਸਤਿਕਾਰ ਨਾਲ ਬਿਠਾਇਆ, ਦੋਵੇਂ ਰੋਟੀਆਂ ਖਵਾਈਆਂ
ਅਤੇ ਫਲ ਵਗੈਰਾ ਲਿਆ ਕੇ ਉਸ ਅੱਗੇ ਰੱਖੇ ਤੇ ਇੱਕ ਲੱਸੀ ਦਾ ਲੋਟਾ ਵੀ ਲਿਆ ਕੇ ਰੱਖਿਆ, ਤਾਂ ਉਹ ਬ੍ਰਾਹਮਣ ਖਾ ਕੇ ਬੜਾ ਖੁਸ਼ ਹੋਇਆ ਤੇ ਜਾਂਦਿਆਂ ਹੋਇਆਂ ਆਪ ਜੀ ਨੂੰ ਵਰ ਦੇ ਗਿਆ ਕਿ ਆਪ ਅਗਲੇ ਜਨਮ ਵਿੱਚ ਬੜੇ ਪ੍ਰਤਾਪੀ ਧਰਮਾਤਮਾ ਰਾਜਾ ਹੋਵੋਗੇ ਤੇ ਫਿਰ ਆਪ ਗਿਆਨਵਾਨ ਹੋ ਕੇ ਮੁਕਤ ਹੋ ਜਾਓਗੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਦੇਖੋ ਪੁੰਨ ਦਾ ਕਿੰਨਾ ਪ੍ਰਤਾਪ ਹੈ, ਜੋ 2 ਰੋਟੀਆਂ ਦੇ ਪ੍ਰੇਮ ਭਾਵ ਨਾਲ ਖਵਾਉਣ ਨਾਲ ਕਿਤਨਾ ਰਾਜ ਭਾਗ ਅਤੇ ਮੋਕਸ਼ ਪਦਾਰਥ ਵੀ ਪ੍ਰਾਪਤ ਹੋਇਆ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ, ਜਹ ਪ੍ਰਸਾਦ ਤੂੰ ਆਚਾਰ ਵਿਵਹਾਰੇ, ਤਿਸ ਪ੍ਰਭ ਕਉ ਸਾਸ ਸਾਸ ਚਿਤਾਰੀ। ਜਿਸ ਦੀ ਕਿਰਪਾ ਨਾਲ ਤੂੰ ਸ੍ਰੇਸ਼ਟ ਕਰਤਬਾਂ ਦਾ ਵਿਹਾਰੀ ਹੈ, ਉਸ ਪ੍ਰਭੂ ਨੂੰ ਸਵਾਸ ਸਵਾਸ ਯਾਦ ਕਰ। ਜਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਹੁ ਸਦਾ ਅਨੂਪ। ਜਿਸ ਦੀ ਕਿਰਪਾ ਨਾਲ ਤੇਰਾ ਰੂਪ ਸੁੰਦਰ ਹੈ, ਉਸ ਸੋਹਣੇ ਪ੍ਰਭੂ ਨੂੰ ਸਦਾ ਸਿਮਰਨਾ ਕਰ। ਜਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਤੇ ਜਿਸ ਦੀ ਕਿਰਪਾ ਕਰਕੇ ਤੇਰੀ ਜਾਤੀ ਸਭ ਤੋਂ ਚੰਗੀ ਹੈ, ਉਸ ਪ੍ਰਭੂ ਨੂੰ ਸਦਾ ਰਾਤ ਦਿਨ ਸਿਮਰਨਾ ਕਰ। ਜਹ ਪ੍ਰਸਾਦ ਤੇਰੀ ਪਤ ਰਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਤੇ ਜਿਸ ਦੀ ਕਿਰਪਾ ਕਰਕੇ ਸੰਸਾਰ ਵਿੱਚ ਤੇਰੀ ਇੱਜ਼ਤ ਰਹਿ ਆਉਂਦੀ ਹੈ, ਤਾਂ ਗੁਰੂ ਜੀ ਆਖਦੇ ਹਨ ਕਿ ਗੁਰੂ ਦੀ ਕਿਰਪਾ ਨਾਲ ਮੈਂ ਉਸ ਦਾ ਜਸ ਕਹਿੰਦਾ ਹਾਂ। ਜਹ ਪ੍ਰਸਾਦ ਸੁਨਹਿ ਕਰਨ ਨਾਦ, ਜਹ ਪ੍ਰਸਾਦ ਪੀਖਹਿ ਬਿਸਮਾਦ। ਤੇ ਜਿਸ ਦੀ ਕਿਰਪਾ ਨਾਲ ਤੂੰ ਕੰਨਾਂ ਨਾਲ ਸ਼ਬਦ ਸੁਣਦਾ ਹੈ, ਜਿਸ ਦੀ ਕਿਰਪਾ ਨਾਲ ਤੂੰ ਅਚਰਜ ਤਮਾਸ਼ੇ ਅਚਰਜ ਦਰਸ਼ਨ ਵੇਖਦਾ ਹੈ, ਜਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਹ ਪ੍ਰਸਾਦ ਸੁਖ ਸਹਿਜੇ ਬਸਨਾ। ਤੇ ਜਿਸ ਦੀ ਕਿਰਪਾ ਕਰਕੇ ਤੂੰ ਰਸਨਾ ਨਾਲ ਅੰਮ੍ਰਿਤ ਰੂਪ ਮਿੱਠੇ ਬਚਨ ਬੋਲਦਾ ਹੈ, ਜਿਸ ਦੀ ਕਿਰਪਾ ਕਰਕੇ ਸੁੱਤੇ ਹੀ ਤੇਰਾ ਸੁੱਖਾਂ ਵਿੱਚ ਵਸਣਾ ਹੋ ਰਿਹਾ ਹੈ, ਜਹ ਪ੍ਰਸਾਦ ਹਸਤ ਕਰ ਚੱਲ ਹੈ, ਜਹ ਪ੍ਰਸਾਦ ਸੰਪੂਰਨ ਫਲ ਹੈ। ਤੇ ਜਿਸ ਦੀ ਕਿਰਪਾ ਕਰਕੇ ਤੂੰ ਹੱਸਦਾ ਹੋਇਆ ਚੱਲਣਾ ਕਰਦਾ ਹੈ, ਜਿਸ ਦੀ ਕਿਰਪਾ ਕਰਕੇ ਤੂੰ ਹੱਥਾਂ ਨਾਲ ਕੰਮ ਕਰਦਾ ਹੈ ਤੇ ਪੈਰਾਂ ਨਾਲ ਚੱਲਦਾ ਹੈ, ਤੇ ਜਿਸ ਦੀ ਕਿਰਪਾ ਕਰਕੇ ਤੇਰੇ ਹੱਥ ਪੈਰ ਚੱਲਦੇ ਹਨ, ਜਿਸ ਦੀ ਕਿਰਪਾ ਕਰਕੇ ਤੂੰ ਸੰਪੂਰਨ ਫਲਾਂ ਨਾਲ ਪ੍ਰਫੁੱਲਤ ਹੋ ਰਿਹਾ ਹੈ, ਜਹ ਪ੍ਰਸਾਦ ਪਰਮਗਤ ਪਾਵਹਿ, ਜਹ ਪ੍ਰਸਾਦ ਸੁਖ ਸਹਿਜ ਸਮਾਵਹਿ। ਤੇ ਜਿਸ ਦੀ ਕਿਰਪਾ ਕਰਕੇ ਤੂੰ ਕੇਵਲ ਮੁਕਤੀ ਨੂੰ ਪਾਵੇਂਗਾ, ਜਿਸ ਦੀ ਕਿਰਪਾ ਕਰਕੇ ਜੋ ਅਚੁੱਤ ਸੁਖ ਵਿੱਚ ਸਮਾਵੇਂਗਾ, ਐਸਾ ਪ੍ਰਭ ਤਿਆਗ ਅਵਰ ਕਤ ਲਾਗਹੁ, ਗੁਰ ਪ੍ਰਸਾਦ ਨਾਨਕ ਮਨ ਜਾਗਹੁ। ਤੇ ਐਸਾ ਜੋ ਪ੍ਰਭੂ ਹੈ, ਉਸ ਨੂੰ ਤਿਆਗ ਕੇ ਕਿਸ ਵਾਸਤੇ ਹੋਰਨਾਂ ਦੇ ਮਗਰ ਲੱਗਦਾ ਹੈ। ਤੇ ਗੁਰੂ ਜੀ ਕਹਿੰਦੇ ਹਨ ਕਿ ਗੁਰੂ ਕਿਰਪਾ ਦੁਆਰੇ ਪ੍ਰਭੂ ਦੇ ਮੰਨਣ ਕਰਨ ਵਿੱਚ ਜਾਗੋ, ਉਸ ਵਾਹਿਗੁਰੂ ਨੂੰ ਸਵਾਸ ਸਵਾਸ ਚੇਤੇ ਕਰੋ। ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨਹੁ ਵਿਸਾਰ। ਤੇ ਜਿਸ ਦੀ ਕਿਰਪਾ ਕਰਕੇ ਤੂੰ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ, ਉਸ ਪ੍ਰਭੂ ਨੂੰ ਮਨ ਚੋਂ ਕਦੇ ਵੀ ਭੁਲਾ ਨਾ। ਜਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਤੇ ਜਿਸ ਦੀ ਕਿਰਪਾ ਕਰਕੇ ਤੇਰਾ ਪ੍ਰਤਾਪ ਬਣਿਆ ਹੋਇਆ ਹੈ, ਹੇ ਮੂਰਖ ਮਨ, ਤੂੰ ਉਸ ਨੂੰ ਜਪਣਾ ਕਰ। ਜਹ ਪ੍ਰਸਾਦ ਤੇਰੇ ਕਾਰਜ ਪੂਰੇ,
ਤਿਸ ਹੈ ਜਾਨ ਮਨ ਸਦਾ ਹਜੂਰੇ। ਤੇ ਜਿਸ ਦੀ ਕਿਰਪਾ ਕਰਕੇ ਤੇਰੇ ਕੰਮ ਪੂਰੇ ਹੁੰਦੇ ਹਨ, ਹੇ ਮਨ ਤੂੰ ਉਸ ਨੂੰ ਸਦਾ ਹਾਜ਼ਰ ਨਾਜ਼ਰ ਜਾਣਨਾ ਕਰ। ਜਹ ਪ੍ਰਸਾਦ ਤੂੰ ਪਾਵਹਿ ਸਾਚ, ਜੇ ਮਨ ਮੇਰੇ ਤੂੰ ਤਾ ਸਿਉ ਰਾਚ। ਤੇ ਜਿਸ ਦੀ ਕਿਰਪਾ ਕਰਕੇ ਤੂੰ ਸੱਚ ਸਰੂਪ ਨੂੰ ਪਾ ਲਵੇਂਗਾ, ਹੇ ਮੇਰੇ ਮਨ ਤੂੰ ਉਸੇ ਨਾਲ ਜੁੜ। ਜਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਸ ਦੀ ਕਿਰਪਾ ਕਰਕੇ ਸਾਰਿਆਂ ਦੀ ਕਲਿਆਣ ਹੁੰਦੀ ਹੈ, ਉਸ ਜਪਣ ਯੋਗ ਦੇ ਜਪ ਨੂੰ ਜਪਣਾ ਕਰ। ਆਪ ਜਪਾਏ ਜਪੈ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਉਹ ਪ੍ਰਭੂ ਜਿਸ ਪਾਸੋਂ ਆਪ ਨਾਮ ਜਪਾਉਂਦਾ ਹੈ, ਉਹੀ ਪੁਰਸ਼ ਨਾਮ ਨੂੰ ਜਪਦਾ ਹੈ। ਤੇ ਜਿਸ ਪਾਸੋਂ ਆਪ ਗੁਣ ਗਵਾਉਂਦਾ ਹੈ, ਉਹੀ ਪੁਰਸ਼ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਵਿਗਾਸ। ਤੇ ਪ੍ਰਭੂ ਦੀ ਕਿਰਪਾ ਨਾਲ ਜੀਵ ਨੂੰ ਗਿਆਨ ਹੁੰਦਾ ਹੈ। ਪ੍ਰਭੂ ਦੀ ਦਇਆ ਨਾਲ ਜੀਵ ਦਾ ਹਿਰਦਾ ਕਮਲ ਖਿੜ ਜਾਂਦਾ ਹੈ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ। ਤੇ ਉਹ ਪ੍ਰਭੂ ਆਪ ਪ੍ਰਸੰਨ ਹੋਵੇ ਤਾਂ ਜੀਵ ਦੇ ਮਨ ਵਿੱਚ ਆ ਕੇ ਵਸਦਾ ਹੈ। ਪ੍ਰਭੂ ਦੀ ਦਇਆ ਨਾਲ ਹੀ ਜੀਵ ਦੀ ਜੋ ਮਤੀ ਉੱਤਮ ਹੋ ਜਾਂਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਆਪਹੁ ਕਛੂ ਨਾ ਕਿਨਹੂ ਲਿਆ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ, ਤੇਰੀ ਕਿਰਪਾ ਨਾਲ ਹੀ ਸਾਰੇ ਖਜ਼ਾਨੇ ਪ੍ਰਾਪਤ ਹੁੰਦੇ ਹਨ ਤੇ ਆਪਣੇ ਆਪ ਕਿਸੇ ਨੇ ਵੀ ਕੁਝ ਨਹੀਂ ਲਿਆ। ਜਿਤ ਜਿਤ ਲਾਭ ਹੋ ਤਿਤ ਲੱਗਹਿ ਹਰ ਨਾਥ, ਨਾਨਕ ਇਨਕਾ ਕਛੂ ਨਾ ਹਾਥ। ਤੇ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਵਾਹਿਗੁਰੂ, ਜਿਸ ਤਰਫ ਤੁਸੀਂ ਜੀਵਾਂ ਨੂੰ ਲਗਾਉਂਦੇ ਹੋ, ਉਧਰ ਹੀ ਇਹ ਜੀਵ ਲੱਗ ਰਹੇ ਹਨ, ਕਿਉਂਕਿ ਇਹਨਾਂ ਜੀਵਾਂ ਦੇ ਆਪਣੇ ਹੱਥ ਵਿੱਚ ਕੁਝ ਵੀ ਨਹੀਂ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ।